तुझसे ये प्रार्थना, महिमा से तेरी तू इस जगह को भर, जो भी मैं चाहे तू यहाँ पे कर। हालेलुया 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 हालेलुया। ढाल बनकर मेरी मुझे बचाता है, जब मैं पुकारूं तू दौड़ आता है, जब मैं गिरूं मुझे उठाता है। हालेलुया 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 हालेलुया। छोड़ कोई प्रभु है ही नहीं, घुटने में टेको बस तेरे सामने, तू ही मेरा प्रभु तू मेरा पिता। हालेलुया 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 हालेलुया। हो तेरी स्तुति और आराधना करता हूँ मैं तुझसे ये प्रार्थना, महिमा से तेरी तू इस जगह को भर, जो भी मैं चाहे तू यहाँ पे कहे। हालेलुया 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 खुदा दा वचन कहता है, ओ कौम किन्नी धन है जिसदा जिंदा परमेश्वर उन्हां दे नेड़े रहिंदा है, जिसदा साडा जिंदा परमेश्वर इस पाक रोटी दे रूप विच साडे नेड़े है। सचमुच साडे सारियां दे लई इह बहुत ही धन समा है। इस समय विच असीं परमेश्वर दी महिमा करदे हां, उसकी आराधना करते हाँ, उसकी वडियाई करते हाँ।
ਅਤੇ ਸੱਚਮੁੱਚ ਇਹ ਸਾਡੇ ਲਈ ਚੰਗਾ ਅਤੇ ਭਲਾ ਹੈ। ਅਸੀਂ ਪਾਕ ਰੋਟੀ ਵਿੱਚ ਮੌਜੂਦ ਪ੍ਰਭੂ ਯੀਸ਼ੂ ਨੂੰ ਵੇਖੀਏ, ਆਪਣੇ ਵਿਸ਼ਵਾਸ ਦੀਆਂ ਅੱਖਾਂ ਦੇ ਨਾਲ ਦੇਖੀਏ। ਉਹ ਜੋ ਸਾਨੂੰ ਸਾਰਿਆਂ ਨੂੰ ਪਿਆਰ ਕਰਦਾ ਹੈ, ਆਪਣੇ ਵੱਡੇ ਪਿਆਰ ਦਾ ਇਜ਼ਹਾਰ ਕਰਨ ਲਈ ਉਹ ਆਪਣੇ ਆਪ ਨੂੰ ਇਸ ਰੋਟੀ ਦੇ ਰੂਪ ਵਿੱਚ ਛੋਟਾ ਬਣਾ ਲੈਂਦਾ ਹੈ। ਆਓ ਇਸ ਪਾਕ ਰੋਟੀ ਵਿੱਚ ਪਰਮੇਸ਼ਵਰ ਦੀ ਆਰਾਧਨਾ ਕਰਾਂਗੇ, ਮਹਿਮਾ ਕਰਾਂਗੇ ਅਤੇ ਵਡਿਆਈ ਕਰਾਂਗੇ। ਅਸੀਂ ਆਪਣੇ ਦੋਵੇਂ ਹੱਥ ਪਰਮੇਸ਼ਵਰ ਦੀ ਮਹਿਮਾ ਵਿੱਚ ਉੱਪਰ ਉਠਾਵਾਂਗੇ, ਮਿਲ ਕੇ ਪਰਮੇਸ਼ਵਰ ਦੀ ਮਹਿਮਾ ਕਰਾਂਗੇ। ਹਾਲੇਲੂਇਆ, 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 ਹਾਲੇਲੂਇਆ। ਹਾਲੇਲੂਇਆ। ਖੁਦਾ ਬਾਪ ਦੀ ਮਹਿਮਾ ਹੋਵੇ, ਖੁਦਾ ਬਾਪ ਦੀ ਮਹਿਮਾ ਹੋਵੇ, ਖੁਦਾ ਬਾਪ ਦੀ ਵਡਿਆਈ ਹੋਵੇ, ਖੁਦਾ ਬਾਪ ਦੀ ਵਡਿਆਈ ਹੋਵੇ, ਖੁਦਾ ਬਾਪ ਦੀ ਆਰਾਧਨਾ ਹੋਵੇ, ਖੁਦਾ ਬਾਪ ਦੀ ਆਰਾਧਨਾ ਹੋਵੇ, ਪ੍ਰਭੂ ਯੀਸ਼ੂ ਦੀ ਮਹਿਮਾ ਹੋਵੇ, ਪ੍ਰਭੂ ਯੀਸ਼ੂ ਦੀ ਮਹਿਮਾ ਹੋਵੇ, ਪ੍ਰਭੂ ਯੀਸ਼ੂ ਦੀ ਆਰਾਧਨਾ ਹੋਵੇ, ਪ੍ਰਭੂ ਯੀਸ਼ੂ ਦੀ ਆਰਾਧਨਾ ਹੋਵੇ, ਪ੍ਰਭੂ ਯੀਸ਼ੂ ਦੀ ਵਡਿਆਈ ਹੋਵੇ, ਪ੍ਰਭੂ ਯੀਸ਼ੂ ਦੀ ਵਡਿਆਈ ਹੋਵੇ, ਪਵਿੱਤਰ ਆਤਮਾ ਦੀ ਮਹਿਮਾ ਹੋਵੇ, ਪਵਿੱਤਰ ਆਤਮਾ ਦੀ ਮਹਿਮਾ ਹੋਵੇ, ਪਵਿੱਤਰ ਆਤਮਾ ਦੀ ਆਰਾਧਨਾ ਹੋਵੇ, ਪਵਿੱਤਰ ਆਤਮਾ ਦੀ ਆਰਾਧਨਾ ਹੋਵੇ, ਪਵਿੱਤਰ ਆਤਮਾ ਦੀ ਵਡਿਆਈ ਹੋਵੇ। ਪਵਿੱਤਰ ਆਤਮਾ ਦੀ ਵਡਿਆਈ ਹੋਵੇ। ਹਾਲੇਲੂਇਆ, 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 ਹਾਲੇਲੂਇਆ। ਪਾਕ ਤਸਲੀਸ ਖੁਦਾ ਦੀ ਮਹਿਮਾ ਹੋਵੇ, ਪਾਕ ਤਸਲੀਸ ਖੁਦਾ ਦੀ ਮਹਿਮਾ ਹੋਵੇ, ਪਾਕ ਤਸਲੀਸ ਖੁਦਾ ਦੀ ਵਡਿਆਈ ਹੋਵੇ, ਪਾਕ ਤਸਲੀਸ ਖੁਦਾ ਦੀ ਵਡਿਆਈ ਹੋਵੇ, ਪਾਕ ਤਸਲੀਸ ਖੁਦਾ ਦੀ ਆਰਾਧਨਾ ਹੋਵੇ। ਪਾਕ ਤਸਲੀਸ ਖੁਦਾ ਦੀ ਆਰਾਧਨਾ ਹੋਵੇ। ਹਾਲੇਲੂਇਆ, 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 ਹਾਲੇਲੂਇਆ। ਮਸੀਹ ਦੇ ਵਿੱਚ ਪਿਆਰੇ ਭਰਾਓ ਅਤੇ ਭੈਣੋ, ਪਾਕ ਰੋਟੀ ਵਿੱਚ ਮੌਜੂਦ ਪ੍ਰਭੂ ਯੀਸ਼ੂ ਮਸੀਹ ਸਾਡੇ ਨਾਲ ਗੱਲਾਂ ਕਰਨਾ ਚਾਹੁੰਦਾ ਹੈ। ਜਿਵੇਂ ਅਸੀਂ ਵਚਨ ਦੇ ਵਿੱਚ ਪੜ੍ਹਦੇ ਹਾਂ, ਸੰਤ ਯਹੂਨਾ ਦੀ ਅੰਜੀਲ ਉਹਦਾ 4 ਬਾਬ ਉਹਦੀ 7 ਆਇਤ ਵਿੱਚ ਵਚਨ ਕਹਿੰਦਾ ਹੈ, ਜਦੋਂ ਇੱਕ ਸਾਮਰੀ ਔਰਤ ਯਾਕੂਬ ਦੇ ਖੂਹ ਦੇ ਕੋਲ ਆਉਂਦੀ ਹੈ ਅਤੇ ਉੱਥੇ ਯੀਸ਼ੂ ਮਸੀਹ ਇਕੱਲਾ ਬੈਠਾ ਹੋਇਆ ਹੈ। ਯੀਸ਼ੂ ਉਸ ਔਰਤ ਨੂੰ ਵੇਖਦਾ ਹੈ ਤੇ ਕਹਿੰਦਾ ਹੈ, ਮੈਨੂੰ ਪਿਆਸ ਲੱਗੀ ਹੈ। ਅਤੇ ਔਰਤ ਸਾਮਰੀ ਹੋਣ ਦੇ ਨਾਤੇ ਯੀਸ਼ੂ ਨੂੰ ਇਹ ਗੱਲ ਕਹਿੰਦੀ ਹੈ ਕਿ ਤੂੰ ਇੱਕ ਯਹੂਦੀ ਹੋ ਕੇ ਸਾਮਰੀ ਤੋਂ ਕਿਵੇਂ ਪਾਣੀ ਮੰਗ ਸਕਦਾ ਹੈ। ਅਤੇ ਠੀਕ 10 ਆਇਤ ਵਿੱਚ ਪ੍ਰਭੂ ਯੀਸ਼ੂ ਮਸੀਹ ਇਹ ਵਚਨ ਕਹਿੰਦਾ ਹੈ, ਜਿਹਦੇ ਵੱਲ ਅਸੀਂ ਧਿਆਨ ਦੇਵਾਂਗੇ। ਯੀਸ਼ੂ ਨੇ ਉਸ ਸਾਮਰੀ ਔਰਤ ਨੂੰ ਕਿਹਾ, ਜੇਕਰ ਤੂੰ ਖੁਦਾ ਦਾ ਵਰਦਾਨ ਜਾਣਦੀ ਅਤੇ ਇਹ ਵੀ ਜਾਣਦੀ ਕਿ ਉਹ ਕੌਣ ਹੈ ਜੋ ਤੇਰੇ ਤੋਂ ਪਾਣੀ ਮੰਗ ਰਿਹਾ ਹੈ, ਤਾਂ ਤੂੰ ਸੱਚਮੁੱਚ ਉਸ ਤੋਂ ਪਾਣੀ ਮੰਗਦੀ ਅਤੇ ਉਹ ਤੈਨੂੰ ਜੀਵਨ ਦਾ ਜਲ ਦਿੰਦਾ। ਹਾਲੇਲੂਇਆ, 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 ਹਾਲੇਲੂਇਆ। ਮਸੀਹ ਦੇ ਵਿੱਚ ਪਿਆਰਿਓ, ਯੀਸ਼ੂ ਮਸੀਹ ਇਸ ਵਚਨ ਦੇ ਦੁਆਰਾ 2 ਗੱਲਾਂ ਸਾਡੇ ਨਾਲ ਕਰਦਾ ਹੈ। ਪਹਿਲੀ ਗੱਲ ਪ੍ਰਭੂ ਯੀਸ਼ੂ ਜੋ ਸਾਡੇ ਨਾਲ ਕਰਦਾ ਉਹ ਇਹ ਹੈ ਕਿ ਸਾਨੂੰ ਕੀ ਮੰਗਣਾ ਚਾਹੀਦਾ ਹੈ। ਯੀਸ਼ੂ ਨੇ ਉਸ ਸਾਮਰੀ ਔਰਤ ਨੂੰ ਇਹ ਗੱਲ ਕਹੀ, ਜੇਕਰ ਤੂੰ ਖੁਦਾ ਦਾ ਵਰਦਾਨ ਜਾਣਦੀ। ਇਸ ਤੋਂ ਭਾਵ ਹੈ ਕਿ ਜਦੋਂ ਅਸੀਂ ਪਰਮੇਸ਼ਰ ਤੋਂ ਮੰਗਦੇ ਹੋ, ਸਾਨੂੰ ਇਹ ਨਹੀਂ ਪਤਾ ਹੁੰਦਾ ਅਸੀਂ ਕੀ ਮੰਗਣਾ ਹੈ। ਬਹੁਤ ਵਾਰੀ ਅਸੀਂ ਜੋ ਖੁਦਾ ਦੇ ਕੋਲੋਂ ਮੰਗਦੇ ਹਾਂ ਆਰਾਧਨਾ ਦੇ ਸਮੇਂ ਵੀ, ਜ਼ਿਆਦਾਤਰ ਉਹ ਸਾਡੇ ਸਰੀਰ ਦੇ ਲਈ ਹੁੰਦਾ ਹੈ। ਅਸੀਂ ਆਪਣੇ ਸਰੀਰ ਦੀਆਂ ਜ਼ਰੂਰਤਾਂ ਖੁਦਾ ਦੇ ਅੱਗੇ ਰੱਖਦੇ ਹਾਂ। ਚੰਗਾ ਭੋਜਨ, ਚੰਗਾ ਖਾਣ ਪੀਣ, ਚੰਗਾ ਕੱਪੜਾ, ਚੰਗਾ ਘਰ, ਚੰਗੀ ਗੱਡੀ, ਚੰਗਾ ਕੰਮ, ਇਹ ਸਭ ਕੁਝ ਜ਼ਿਆਦਾਤਰ ਸਾਡੇ ਸਰੀਰ ਦੇ ਲਈ ਹੈ। ਇਸ ਲਈ ਪ੍ਰਭੂ ਕਹਿੰਦਾ, ਜੇਕਰ ਤੁਸੀਂ ਖੁਦਾ ਦਾ ਵਰਦਾਨ ਜਾਣਦੇ ਜਾਂ ਉਹ ਜਾਣਦੇ ਜੋ ਪ੍ਰਭੂ ਤੁਹਾਨੂੰ ਦੇ ਸਕਦਾ ਹੈ, ਤੁਸੀਂ ਕੁਝ ਚੰਗਾ ਮੰਗਦੇ। ਬਹੁਤ ਵਾਰੀ ਅਸੀਂ ਜੋ ਪਰਮੇਸ਼ਰ ਤੋਂ ਮੰਗਦੇ ਹਾਂ ਬਹੁਤ ਥੋੜਾ ਹੁੰਦਾ ਹੈ। ਅਸੀਂ ਬਹੁਤ ਜ਼ਿਆਦਾ ਮੰਗ ਸਕਦੇ ਹਾਂ ਅਤੇ ਸਭ ਤੋਂ ਚੰਗੀ ਚੀਜ਼ ਜੋ ਪਰਮੇਸ਼ਰ ਚਾਹੁੰਦਾ ਸੀ ਪਰਮੇਸ਼ਰ ਤੋਂ ਮੰਗੇ, ਉਹ ਹੈ ਆਤਮਿਕ ਚੀਜ਼ਾਂ। ਭਾਵੇਂ ਅਸੀਂ ਸਰੀਰਕ ਚੀਜ਼ਾਂ ਖੁਦਾ ਦੇ ਕੋਲ ਮੰਗੀਆਂ ਹੋਣਗੀਆਂ, ਪਰ ਹੁਣ ਲੋੜ ਹੈ ਆਪਣੀਆਂ ਆਤਮਿਕ ਜ਼ਰੂਰਤਾਂ ਦੇ ਵੱਲ ਧਿਆਨ ਦੇਣ ਦੇ ਲਈ। ਇਸ ਲਈ ਜਦੋਂ ਯੀਸ਼ੂ ਨੇ ਸਾਮਰੀ ਔਰਤ ਨੂੰ ਕਿਹਾ, ਜੇਕਰ ਤੂੰ ਖੁਦਾ ਦਾ ਵਰਦਾਨ ਜਾਣਦੀ, ਜ਼ਰੂਰਤ ਹੈ ਖੁਦਾ ਦੇ ਵਰਦਾਨ ਨੂੰ ਜਾਣਨ ਦੇ ਲਈ। ਜ਼ਰੂਰਤ ਹੈ ਉਸ ਖੁਦਾ ਨੂੰ ਜਾਣਨ ਦੇ ਲਈ ਜਿਹਦੇ ਲਈ ਵਚਨ ਕਹਿੰਦਾ ਹੈ ਉਹ ਆਤਮਾ ਹੈ, ਅਤੇ ਉਸ ਤੋਂ ਆਤਮਿਕ ਵਰਦਾਨਾਂ ਨੂੰ ਹਾਸਿਲ ਕਰਨ ਦੇ ਲਈ ਅੱਜ ਸਾਨੂੰ ਪਰਮੇਸ਼ਰ ਦੇ ਅੱਗੇ ਇਸ ਆਰਾਧਨਾ ਦੇ ਵਿੱਚ
ਖਾਸ ਵਰਦਾਨ ਮੰਗਣਾ ਹੈ। ਦੂਜੀ ਗੱਲ ਜੋ ਇਸ ਵਚਨ ਦੇ ਵਿੱਚ ਪ੍ਰਭੂ ਸਾਨੂੰ ਦੱਸ ਰਿਹਾ ਹੈ ਉਹ ਇਹ ਹੈ, ਸਾਨੂੰ ਕਿਸ ਤੋਂ ਮੰਗਣਾ ਹੈ। ਯੀਸ਼ੂ ਨੇ ਸਾਮਰੀ ਔਰਤ ਨੂੰ ਕਿਹਾ, ਜੇ ਤੂੰ ਇਹ ਜਾਣਦੀ ਕਿ ਉਹ ਕੌਣ ਹੈ ਜੋ ਤੇਰੇ ਤੋਂ ਮੰਗ ਰਿਹਾ ਹੈ, ਜਾਣੀ ਜੇਕਰ ਉਹ ਖੁਦਾ ਨੂੰ ਜਾਣਦੀ। ਸਾਡੇ ਲਈ ਖੁਦਾ ਨੂੰ ਜਾਣਨਾ ਬਹੁਤ ਔਖਾ ਨਹੀਂ ਹੈ, ਪਰ ਅਸੀਂ ਜਾਣਨਾ ਨਹੀਂ ਚਾਹੁੰਦੇ। ਉਹ ਜੋ ਆਪਣੇ ਆਪ ਨੂੰ ਸਾਡੇ ਤੇ ਜ਼ਾਹਿਰ ਕਰਨ ਦੇ ਲਈ 2000 ਸਾਲ ਪਹਿਲਾਂ ਖੁਦ ਇਨਸਾਨ ਬਣ ਕੇ ਸਾਡੇ ਵਿਚਕਾਰ ਆਇਆ, ਹੁਣ ਪਵਿੱਤਰ ਸਾਕਰਾਮੈਂਟਾਂ ਦੇ ਰਾਹੀਂ, ਪਾਕ ਰੋਟੀ ਦੇ ਰਾਹੀਂ ਸਾਡੇ ਨੇੜੇ ਰਹਿੰਦਾ ਹੈ। ਉਸ ਨੂੰ ਜਾਣ ਲੈਣਾ ਔਖਾ ਨਹੀਂ ਹੈ, ਪਰ ਕਈ ਵਾਰੀ ਅਸੀਂ ਉਸ ਨੂੰ ਜਾਣਨਾ ਨਹੀਂ ਚਾਹੁੰਦੇ। ਇਸ ਲਈ ਯਿਸੂ ਕਹਿੰਦਾ, ਜੇਕਰ ਤੂੰ ਜਾਣਦੀ ਕਿ ਉਹ ਕੌਣ ਹੈ, ਸੋ ਇਸ ਲਈ ਖੁਦਾ ਨੂੰ ਜਾਣ ਲੈਣਾ ਅਤੇ ਇਹ ਜਾਣ ਲੈਣਾ ਕਿ ਮੈਂ ਖੁਦਾ ਤੋਂ ਕੀ ਮੰਗਣਾ ਹੈ, ਇਹ ਸਭ ਤੋਂ ਵੱਡਾ ਫਜ਼ਲ ਸਾਡੇ ਸਾਰਿਆਂ ਦੇ ਲਈ ਹੋਵੇਗਾ। ਹਾਲੇਲੂਇਆ, 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 ਹਾਲੇਲੂਇਆ। ਜਦੋਂ ਅਸੀਂ ਮੂਸਾ ਦੇ ਬਾਰੇ ਪਵਿੱਤਰ ਵਚਨਾਂ ਵਿੱਚੋਂ ਪੜ੍ਹਦੇ ਹਾਂ, ਇਹ ਦੋ ਗੱਲਾਂ ਜੋ ਹਨ ਇਹ ਮੂਸਾ ਦੇ ਉੱਤੇ ਸਾਫ਼ ਪ੍ਰਗਟ ਹੁੰਦੀਆਂ ਹਨ। ਮੂਸਾ ਹਮੇਸ਼ਾ ਖੁਦਾ ਤੋਂ ਮੰਗਣਾ ਜਾਣਦਾ ਸੀ। ਉਹ ਜਾਣਦਾ ਸੀ ਕੀ ਮੰਗਣਾ ਹੈ ਅਤੇ ਕਿਸ ਤਰ੍ਹਾਂ ਮੰਗਣਾ ਹੈ। ਜਦੋਂ 40 ਸਾਲ ਉਸਨੇ ਇਸਰਾਏਲੀ ਲੋਕਾਂ ਦੀ ਅਗਵਾਈ ਕੀਤੀ, ਉਹਨਾਂ ਨੂੰ ਉਜਾੜ ਦੇ ਵਿੱਚੋਂ ਦੀ ਵਾਅਦਾ ਕੀਤਾ ਹੋਇਆ ਦੇਸ਼ ਵੱਲ ਲੈ ਕੇ ਗਿਆ, ਮੂਸਾ ਲਗਾਤਾਰ ਹਰ ਇੱਕ ਗੱਲ ਨੂੰ ਪਰਮੇਸ਼ਰ ਦੇ ਅੱਗੇ ਲੈ ਕੇ ਜਾਂਦਾ ਸੀ। ਜਦੋਂ ਲੋਕਾਂ ਨੂੰ ਭੁੱਖ ਲੱਗਦੀ ਸੀ, ਉਹ ਪਰਮੇਸ਼ਰ ਦੇ ਅੱਗੇ ਜਾਂਦਾ ਸੀ। ਜਦ ਲੋਕਾਂ ਨੂੰ ਪਿਆਸ ਲੱਗਦੀ ਸੀ, ਉਹ ਪਰਮੇਸ਼ਰ ਦੇ ਅੱਗੇ ਜਾਂਦਾ ਸੀ। ਜਦੋਂ ਲੋਕ ਗੁੱਸਾ ਕਰਦੇ ਸਨ, ਉਹ ਪਰਮੇਸ਼ਰ ਦੇ ਅੱਗੇ ਜਾਂਦਾ ਸੀ। ਲੋਕ ਬੁੜਬੁੜਾਉਂਦੇ ਸਨ, ਪਰਮੇਸ਼ਰ ਦੇ ਅੱਗੇ ਜਾਂਦਾ ਸੀ। ਲੋਕ ਸ਼ਿਕਾਇਤਾਂ ਕਰਦੇ ਸਨ, ਉਹ ਪਰਮੇਸ਼ਰ ਦੇ ਅੱਗੇ ਜਾਂਦਾ ਸੀ। ਜਾਣੀ ਹਰ ਇੱਕ ਲੋੜ ਦੇ ਲਈ ਮੂਸਾ ਜਾਣਦਾ ਸੀ ਕਿ ਉਹਦੇ ਕੋਲ ਇੱਕੋ ਹੀ ਚਾਰਾ ਹੈ, ਉਹ ਹੈ ਪਰਮੇਸ਼ਰ ਦੇ ਕੋਲ ਜਾ ਕੇ ਉਸ ਚੀਜ਼ ਨੂੰ ਮੰਗ ਲੈਣਾ। ਅਤੇ ਹਰ ਵਾਰੀ ਪਰਮੇਸ਼ਵਰ ਨੇ ਮੂਸਾ ਦੀਆਂ ਕਈਆਂ ਗੱਲਾਂ ਉੱਤੇ ਧਿਆਨ ਦਿੱਤਾ ਅਤੇ ਲੋਕਾਂ ਦੀ ਮਦਦ ਕੀਤੀ। ਠੀਕ ਇਸੇ ਤਰ੍ਹਾਂ ਸਾਨੂੰ ਵੀ ਜੋ ਵੀ ਸਾਡੀਆਂ ਜ਼ਰੂਰਤਾਂ ਹਨ, ਖਾਸ ਕਰਕੇ ਆਪਣੇ ਕੇਵਲ ਸਰੀਰਕ ਜ਼ਰੂਰਤਾਂ ਨਹੀਂ, ਸਗੋਂ ਆਤਮਿਕ ਲੋੜਾਂ ਨੂੰ ਅੱਜ ਖੁਦਾ ਦੇ ਅੱਗੇ ਰੱਖੋ। ਸਾਡੀਆਂ ਆਤਮਾ ਦੀਆਂ ਬਹੁਤ ਸਾਰੀਆਂ ਲੋੜਾਂ ਹਨ ਜਿਨ੍ਹਾਂ ਵੱਲ ਅਸੀਂ ਧਿਆਨ ਨਹੀਂ ਦਿੰਦੇ। ਜਿਵੇਂ ਆਤਮਾ ਨੂੰ ਵੀ ਭੁੱਖ ਲੱਗਦੀ ਹੈ। ਕੀ ਕਦੇ ਤੁਸੀਂ ਆਤਮਾ ਦੀ ਭੁੱਖ ਮਿਟਾਉਣ ਦੇ ਲਈ ਖੁਦਾ ਤੋਂ ਵਰਦਾਨ ਮੰਗਿਆ ਹੈ? ਕੀ ਤੁਸੀਂ ਖੁਦਾ ਤੋਂ ਕਦੇ ਇਹ ਮੰਗਿਆ ਹੈ ਕਿ ਪ੍ਰਭੂ ਆਪਣੇ ਪਵਿੱਤਰ ਵਚਨਾਂ ਨੂੰ ਮੇਰੇ ਅੰਦਰ ਪਾ ਦੇ ਤਾਂ ਜੋ ਮੈਂ ਵਚਨ ਪੜ੍ਹਨ ਦਾ ਜੋ ਵਰਦਾਨ ਹੈ ਉਸ ਨੂੰ ਹਾਸਿਲ ਕਰਾਂ? ਸਾਡੇ ਆਤਮਾ ਦੇ ਅੰਦਰ ਖੁਦਾ ਦੀ ਭੁੱਖ ਹੈ। ਕੀ ਤੁਸੀਂ ਖੁਦਾ ਤੋਂ ਇਹ ਮੰਗਿਆ ਹੈ ਕਿ ਸਾਡੇ ਲਈ ਜੋ ਸਾਕਰਾਮੈਂਟ ਹਨ, ਉਹਨਾਂ ਸਾਕਰਾਮੈਂਟਾਂ ਨੂੰ ਗ੍ਰਹਿਣ ਕਰਨ ਲਈ ਮੈਨੂੰ ਤਿਆਰ ਕਰ ਤਾਂ ਜੋ ਮੇਰੀ ਆਤਮਾ ਦੀ ਭੁੱਖ ਅਤੇ ਪਿਆਸ ਮਿਟ ਜਾਵੇ? ਸੋ ਅੱਜ ਉਹਨਾਂ ਚੀਜ਼ਾਂ ਤੇ ਧਿਆਨ ਦੇਣ ਦੀ ਲੋੜ ਹੈ। ਸੰਤ ਮੱਤੀ ਦੀ ਅੰਜੀਲ ਉਹਦਾ 6 ਬਾਬ ਉਹਦੀ 33 ਆਇਤ ਵਿੱਚ ਵਚਨ ਕਹਿੰਦਾ ਹੈ, ਸਭ ਤੋਂ ਪਹਿਲਾਂ ਆਤਮਿਕ ਚੀਜ਼ਾਂ ਦੀ ਲੋੜ ਨੂੰ ਪਛਾਣੋ ਅਤੇ ਪ੍ਰਭੂ ਤੁਹਾਨੂੰ ਉਹ ਸਭ ਕੁਝ ਦੇਵੇਗਾ ਜੋ ਤੁਸੀਂ ਮੰਗ ਸਕਦੇ ਹੋ। ਭਾਵੇਂ ਉਹ ਸਰੀਰਕ ਲੋੜਾਂ ਹੋਣ, ਆਤਮਿਕ ਲੋੜਾਂ ਹਨ, ਪ੍ਰਭੂ ਸਭ ਦੇਵੇਗਾ। ਪਰ ਧਿਆਨ ਦੇਣ ਦੀ ਲੋੜ ਹੈ ਆਪਣੀ ਆਤਮਿਕ ਜ਼ਰੂਰਤਾਂ ਦੇ ਉੱਤੇ। ਇਸੇ ਤਰ੍ਹਾਂ ਪ੍ਰਭੂ ਯੀਸ਼ੂ ਮਸੀਹ ਵੀ ਕਹਿੰਦੇ ਹਨ, ਅਸੀਂ ਵਚਨ ਵਿੱਚ ਪੜ੍ਹਦੇ ਹਾਂ ਕਿ ਜਦੋਂ ਬਹੁਤ ਸਾਰੇ ਜਿਹੜੇ ਕੇਵਲ ਆਤਮਿਕ ਲੋੜਾਂ ਨੂੰ ਨਾ ਜਾਣਦੇ ਹੋ, ਸਰੀਰਕ ਲੋੜਾਂ ਵੱਲ ਧਿਆਨ ਦਿੰਦੇ ਸਨ, ਉਹ ਯੀਸ਼ੂ ਨੂੰ ਛੱਡ ਕੇ ਚਲੇ ਗਏ। ਅਤੇ ਯੀਸ਼ੂ ਆਪਣੇ ਚੇਲਿਆਂ ਨੂੰ ਆਪਣੇ ਕੋਲ ਬੁਲਾਉਂਦਾ ਤੇ ਕਹਿੰਦਾ ਕਿ ਤੁਸੀਂ ਵੀ ਮੈਨੂੰ ਛੱਡ ਕੇ ਚਲੇ ਜਾਵੋਗੇ? ਉਸ ਸਮੇਂ ਸੰਤ ਪਤਰਸ ਕੀ ਕਹਿੰਦਾ ਹੈ? ਸੰਤ ਯਹੂਨਾ ਦੀ ਅੰਜੀਲ ਉਹਦਾ 6 ਬਾਬ ਉਹਦੀ 68 ਆਇਤ, ਜੇਕਰ ਅਸੀਂ ਜਾਈਏ ਅਸੀਂ ਕਿਹਦੇ ਕੋਲ ਜਾਈਏ? ਜੇਕਰ ਅਸੀਂ ਜਾਈਏ ਅਸੀਂ ਕਿਹਦੇ ਕੋਲ ਜਾਈਏ? ਤੁਹਾਡੇ ਕੋਲ ਅਨੰਤ ਜੀਵਨ ਦੇਣ ਵਾਲੇ ਵਚਨ ਹਨ। ਅਸੀਂ ਜਾਣ ਲਿਆ ਹੈ, ਅਸੀਂ ਮੰਨ ਲਿਆ ਹੈ, ਤੁਸੀਂ ਜਿਉਂਦੇ ਪਰਮੇਸ਼ਰ ਦੇ ਪੁੱਤਰ ਹੋ। ਸੋ ਜੇਕਰ ਤੁਸੀਂ ਪਰਮੇਸ਼ਰ ਨੂੰ ਜਾਣ ਲਵੋਗੇ, ਜੇਕਰ ਤੁਸੀਂ ਉਹ ਸਭ ਜਾਣ ਲਵੋਗੇ ਜੋ ਪਰਮੇਸ਼ਰ ਤੁਹਾਡੀ ਆਤਮਾ ਲਈ ਦੇਣ ਲਈ ਤਿਆਰ ਹੈ, ਤੁਸੀਂ ਕਦੇ ਵੀ ਪਰਮੇਸ਼ਰ ਨੂੰ ਛੱਡ ਕੇ ਨਹੀਂ ਜਾ ਸਕਦੇ। ਤੁਸੀਂ ਆਪਣੇ ਆਲੇ ਦੁਆਲੇ ਲੋਕਾਂ ਨੂੰ ਦੇਖਿਆ ਹੋਵੇਗਾ, ਕਦੀ ਇਸ ਗਿਰਜੇ ਘਰ ਵਿੱਚ, ਕਦੀ ਦੂਜੇ ਗਿਰਜੇ ਘਰ ਵਿੱਚ, ਕਦੀ ਇਸ ਕਲੀਸਿਆ ਵਿੱਚ, ਕਦੇ ਦੂਜੀ ਕਲੀਸਿਆ ਵਿੱਚ। ਉਹ ਇਸ ਤਰ੍ਹਾਂ ਕਿਉਂ ਭਟਕਦੇ ਰਹਿੰਦੇ ਹਨ? ਕਿਉਂਕਿ ਆਪਣੀ ਆਤਮਾ ਲਈ ਜ਼ਰੂਰਤਾਂ ਨੂੰ ਨਹੀਂ ਮੰਗਦੇ, ਉਹ ਆਪਣੇ ਸਰੀਰ ਦੀਆਂ ਜ਼ਰੂਰਤਾਂ ਨੂੰ ਮੰਗਦੇ ਹਨ। ਅਤੇ ਜੇਕਰ ਤੁਸੀਂ ਸਰੀਰ ਦੀਆਂ ਜ਼ਰੂਰਤਾਂ ਨੂੰ ਮੰਗੋਗੇ, ਤੁਸੀਂ ਇੱਕ ਦਿਨ ਯੀਸ਼ੂ ਨੂੰ ਛੱਡ ਕੇ ਚਲੇ ਜਾਵੋਗੇ, ਬਾਕੀ ਚੇਲਿਆਂ ਦੀ ਤਰ੍ਹਾਂ। ਪਰ ਪਤਰਸ ਕੀ ਕਹਿੰਦਾ ਹੈ? ਅਸੀਂ ਕਿਹਦੇ ਕੋਲ ਜਾਈਏ? ਸਾਡੀਆਂ ਆਤਮਿਕ ਲੋੜਾਂ ਤੁਹਾਡੇ ਵਚਨਾਂ ਤੋਂ ਪੂਰੀਆਂ ਹੁੰਦੀਆਂ ਹਨ। ਅਸੀਂ ਮੰਨ ਲਿਆ, ਅਸੀਂ ਜਾਣ ਲਿਆ ਹੈ ਕਿ ਤੁਸੀਂ ਸਾਡੀ ਜ਼ਰੂਰਤ ਪੂਰੀ ਕਰਦੇ ਹੋ।
ਸੋ ਮਸੀਹ ਵਿੱਚ ਪਿਆਰਿਓ, ਇਹਨਾਂ ਵਚਨਾਂ ਉੱਤੇ ਧਿਆਨ ਦਿੰਦੇ ਹੋਏ, ਖਾਸ ਕਰਕੇ ਜੋ ਪ੍ਰਭੂ ਕਹਿੰਦਾ ਹੈ ਕਿ ਜੇਕਰ ਤੁਸੀਂ ਪਰਮੇਸ਼ਰ ਦੇ ਵਰਦਾਨ ਨੂੰ ਜਾਣਦੇ, ਉਹਨਾਂ ਆਤਮਿਕ ਦਾਤਾਂ ਨੂੰ ਜਾਣਦੇ, ਤੁਸੀਂ ਪਰਮੇਸ਼ਰ ਤੋਂ ਮੰਗਦੇ ਅਤੇ ਪਰਮੇਸ਼ਰ ਤੁਹਾਨੂੰ ਦਿੰਦਾ। ਆਓ ਅਸੀਂ ਅੱਜ ਖੁਦਾ ਦੇ ਕੋਲੋਂ ਮੰਗੀਏ ਪਵਿੱਤਰ ਵਚਨ ਪੜ੍ਹਨ ਦਾ ਵਰਦਾਨ, ਖੁਦਾ ਉੱਤੇ ਵਿਸ਼ਵਾਸ ਕਰਨ ਦਾ ਵਰਦਾਨ, ਪ੍ਰਾਰਥਨਾ ਵਿੱਚ ਹੋਰ ਜ਼ਿਆਦਾ ਵਧਣ ਦਾ ਵਰਦਾਨ, ਸਾਕਰਾਮੈਂਟਾਂ ਨੂੰ ਯੋਗ ਢੰਗ ਨਾਲ ਹਾਸਿਲ ਕਰਨ ਦਾ ਵਰਦਾਨ, ਕਲੀਸਿਆ ਦੇ ਨਾਲ ਜੁੜੇ ਰਹਿਣ ਦਾ ਵਰਦਾਨ, ਪਾਪ ਦੀ ਹਾਲਤ ਤੋਂ ਆਪਣੇ ਆਪ ਨੂੰ ਦੂਰ ਰੱਖਣ ਦਾ ਵਰਦਾਨ, ਪਵਿੱਤਰਤਾ ਵਿੱਚ ਵਧਣ ਦਾ ਵਰਦਾਨ, ਖੁਦਾ ਦੇ ਨੇੜੇ ਰਹਿਣ ਦਾ ਵਰਦਾਨ। ਆਓ ਅਸੀਂ ਖੁਦਾ ਦੇ ਕੋਲੋਂ ਮੰਗਾਂਗੇ ਅਤੇ ਸੱਚਮੁੱਚ ਪ੍ਰਭੂ ਯੀਸ਼ੂ ਮਸੀਹ ਜੋ ਆਪ ਜੀਵਨ ਜਲ ਹੈ, ਉਹ ਸਾਨੂੰ ਇਹ ਸਭ ਦਾਤਾ ਦੇਵੇਗਾ। ਇਸ ਲਈ ਆਓ ਅਸੀਂ ਆਪਣੇ ਦਿਲਾਂ ਨੂੰ ਖੋਲ ਦਈਏ ਅਤੇ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰੀਏ। ਪ੍ਰਭੂ ਖੁਦ ਜੀਵਨ ਜਲ ਦਾ ਚਸ਼ਮਾ ਹੈ, ਉਹ ਜੀਵਨ ਜਲ ਦਾ ਝਰਨਾ ਹੈ ਅਤੇ ਅਸੀਂ ਉਸ ਦੇ ਕੋਲ ਆਪਣੇ ਆਤਮਿਕ ਜ਼ਰੂਰਤਾਂ ਲੈ ਕੇ ਪ੍ਰਾਰਥਨਾ ਕਰਾਂਗੇ ਇਸ ਗੀਤ ਦੇ ਦੁਆਰਾ। बहले जा मेरे दिल के घाव के, फिर से प्यार बांटना सीखा। यीशु 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 ਮਸੀਹ ਦੇ ਵਿੱਚ ਪਿਆਰਿਓ, ਸਭ ਤੋਂ ਚੰਗੀ ਚੀਜ਼ ਜੋ ਅਸੀਂ ਖੁਦਾ ਦੇ ਕੋਲ ਮੰਗ ਸਕਦੇ ਹਾਂ, ਉਹ ਖੁਦਾ ਦੀ ਆਪਣੀ ਹਜ਼ੂਰੀ ਹੈ। ਇਸ ਤੋਂ ਵੱਡੀ ਚੀਜ਼ ਹੋਰ ਕੀ ਹੋ ਸਕਦੀ ਹੈ ਕਿ ਜਦੋਂ ਖੁਦਾ ਆਪ ਸਾਡੇ ਨੇੜੇ ਹੋਵੇ, ਸਾਡੇ ਨਾਲ ਚੱਲੇ। ਇਸ ਲਈ ਆਓ ਅਸੀਂ ਇਸ ਆਰਾਧਨਾ ਦੇ ਜ਼ਰੀਏ ਖਾਸ ਕਰਕੇ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰੀਏ, ਪ੍ਰਭੂ ਦੀ ਹਜ਼ੂਰੀ ਸਾਡੇ ਘਰ ਵਿੱਚ ਆ ਜਾਵੇ, ਪ੍ਰਭੂ ਦੀ ਹਜ਼ੂਰੀ ਸਾਡੇ ਪਰਿਵਾਰਾਂ ਵਿੱਚ ਆ ਜਾਵੇ ਅਤੇ ਸੱਚਮੁੱਚ ਜੋ ਜੀਵਨ ਜਲ ਦਾ ਚਸ਼ਮਾ ਹੈ, ਉਹ ਸਾਡੇ ਘਰ ਦੇ ਹਰ ਇੱਕ ਜੀਅ ਨੂੰ ਛੂਹ ਲਵੇ, ਚੰਗਾ ਕਰ ਦੇਵੇ। ਇਸ ਸਮੇਂ ਤੁਸੀਂ ਮੇਰੇ ਨਾਲ ਮਿਲ ਕੇ ਮੇਰੇ ਪਿੱਛੇ ਇਹਨਾਂ ਸ਼ਬਦਾਂ ਨੂੰ ਦੁਹਰਾਉਣਾ ਹੈ। ਜ਼ਬੂਰ ਉਹਦਾ 9 ਬਾਬ ਉਹਦੀ 10 ਆਇਤ। ਆਓ ਅਸੀਂ ਵਿਸ਼ਵਾਸ ਦੇ ਨਾਲ ਇਹਨਾਂ ਵਚਨਾਂ ਨੂੰ ਪਿੱਛੇ ਪਿੱਛੇ ਦੁਹਰਾਵਾਂਗੇ। ਜੋ ਤੇਰੇ ਨਾਂ ਨੂੰ ਜਾਣਦੇ ਹਨ, ਜੋ ਤੇਰੇ ਨਾਂ ਨੂੰ ਜਾਣਦੇ ਹਨ, ਉਹ ਤੇਰੇ ਤੇ ਭਰੋਸਾ ਰੱਖਦੇ ਹਨ, ਉਹ ਤੇਰੇ ਤੇ ਭਰੋਸਾ ਰੱਖਦੇ ਹਨ। ਜੋ ਤੇਰੇ ਨਾਂ ਨੂੰ ਜਾਣਦੇ ਹਨ, ਜੋ ਤੇਰੇ ਨਾਂ ਨੂੰ ਜਾਣਦੇ ਹਨ, ਉਹ ਤੇਰੇ ਤੇ ਭਰੋਸਾ ਰੱਖਦੇ ਹਨ, ਉਹ ਤੇਰੇ ਤੇ ਭਰੋਸਾ ਰੱਖਦੇ ਹਨ। ਪ੍ਰਭੂ ਤੂੰ ਆਪਣੇ ਕੋਲ ਆਉਣ ਵਾਲਿਆਂ ਨੂੰ, ਪ੍ਰਭੂ ਤੂੰ ਆਪਣੇ ਕੋਲ ਆਉਣ ਵਾਲਿਆਂ ਨੂੰ ਕਦੀ ਤਿਆਗਦਾ ਨਹੀਂ, ਕਦੀ ਤਿਆਗਦਾ ਨਹੀਂ, ਕਦੀ ਤਿਆਗਦਾ ਨਹੀਂ। ਕਦੀ ਤਿਆਗਦਾ ਨਹੀਂ। ਹਾਲੇਲੂਇਆ, 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 ਹਾਲੇਲੂਇਆ। ਜਿਸ ਦਾ ਪ੍ਰਭੂ ਦਾ ਵਚਨ ਕਹਿੰਦਾ ਹੈ, ਜੋ ਪ੍ਰਭੂ ਨੂੰ ਜਾਣਦੇ ਹਨ
ਅਤੇ ਪ੍ਰਭੂ ਦੇ ਉੱਤੇ ਭਰੋਸਾ ਰੱਖਦੇ ਹਨ, ਪ੍ਰਭੂ ਉਹਨਾਂ ਨੂੰ ਕਦੇ ਤਿਆਗਦਾ ਨਹੀਂ, ਕਦੇ ਛੱਡਦਾ ਨਹੀਂ। ਸਭ ਤੋਂ ਚੰਗੀ ਦਾਤ ਜੋ ਪ੍ਰਭੂ ਸਾਨੂੰ ਦੇਣ ਵਾਲਾ ਹੈ, ਉਹਦੀ ਆਪਣੀ ਹਜ਼ੂਰੀ ਹੈ। ਉਹ ਸਾਨੂੰ ਕਦੇ ਛੱਡੇਗਾ ਨਹੀਂ। ਜੇਕਰ ਅਸੀਂ ਪ੍ਰਭੂ ਤੋਂ ਦੂਰ ਵੀ ਹੋ ਜਾਈਏ, ਉਹ ਸਾਡੀ ਭਾਲ ਕਰਦਾ ਹੋਇਆ ਸਾਡੇ ਨੇੜੇ ਆ ਜਾਵੇਗਾ। ਆਓ ਅਸੀਂ ਇੱਕ ਵਾਰ ਫਿਰ ਜੀਵਨ ਜਲ ਦੇ ਇਸ ਝਰਨੇ ਦੇ ਤੋਂ ਪ੍ਰਭੂ ਤੋਂ ਇਹ ਵਰਦਾਨ ਮੰਗੇ ਕਿ ਪ੍ਰਭੂ ਦੀ ਹਜ਼ੂਰੀ ਸਾਡੇ ਨੇੜੇ ਹੋ ਜਾਵੇ। ਪ੍ਰਭੂ ਦੀ ਹਜ਼ੂਰੀ ਮੇਰੇ ਪਰਿਵਾਰ ਦੇ ਜੀਆਂ ਦੇ ਨੇੜੇ ਹੋ ਜਾਵੇ। ਉਹ ਜਿਹੜੇ ਬਾਹਰ ਦੇਸ਼ ਵਿੱਚ ਕੰਮ ਕਰ ਰਹੇ ਹਨ, ਜੋ ਪਰਿਵਾਰ ਤੋਂ ਇਸ ਸਮੇਂ ਦੂਰ ਹਨ, ਜੋ ਬਿਮਾਰੀ ਦੀ ਹਾਲਤ ਵਿੱਚ ਹਨ, ਉਹਨਾਂ ਸਾਰਿਆਂ ਨੂੰ ਜੀਵਨ ਜਲ ਦੇ ਚਸ਼ਮੇ ਕੋਲ ਲੈ ਕੇ ਆਈਏ ਅਤੇ ਇਸ ਗੀਤ ਦੇ ਦੁਆਰਾ ਪ੍ਰਾਰਥਨਾ ਕਰਾਂਗੇ। जीवन जल तू बहता चल, मेरी पीड़ा बहा ले जा, मेरे दिल के घाव भर के फिर से प्यार बांटना सीखा। जीवन जल तू बहता चल, मेरी पीड़ा बहा ले जा, मेरे दिल के घाव भर के फिर से प्यार बांटना सीखा। यीशु 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 यीशु। ਪ੍ਰਭੂ ਆਪਣੇ ਚੁਣੇ ਹੋਏ ਲੋਕਾਂ ਨੂੰ ਕਦੀ ਛੱਡਦਾ ਨਹੀਂ ਹੈ। ਅਸੀਂ ਵਚਨ ਦੇ ਵਿੱਚ ਪੜ੍ਹਦੇ ਹਾਂ ਕਿ ਪਰਮੇਸ਼ਵਰ ਨੇ ਆਪਣੇ ਚੁਣੇ ਹੋਏ ਲੋਕਾਂ ਦੀ ਅਗਵਾਈ ਕੀਤੀ। ਜਦੋਂ 40 ਸਾਲ ਉਜਾੜ ਵਿੱਚੋਂ ਦੀ ਵਾਅਦਾ ਕੀਤੇ ਦੇਸ਼ ਵੱਲ ਜਾ ਰਹੇ ਸਨ, ਪਰਮੇਸ਼ਵਰ ਲਗਾਤਾਰ ਉਹਨਾਂ ਦੇ ਅੱਗੇ ਅੱਗੇ ਚੱਲਦਾ ਰਿਹਾ। ਵਿਵਸਥਾ ਸਾਰ ਦਾ ਗ੍ਰੰਥ ਅਤੇ ਇਸੇ ਤਰ੍ਹਾਂ ਅਸੀਂ ਕੂਚ ਦੇ ਗ੍ਰੰਥ ਉਹਦੀ 17 ਬਾਬ ਦੇ ਵਿੱਚ ਪੜ੍ਹਦੇ ਹਾਂ ਕਿ ਪ੍ਰਭੂ ਚਟਾਨ ਬਣ ਕੇ ਆਪਣੇ ਲੋਕਾਂ ਦੇ ਅੱਗੇ ਚੱਲਦਾ ਹੁੰਦਾ ਸੀ। ਅਤੇ ਇਸੇ ਚਟਾਨ ਦੇ ਵਿੱਚੋਂ ਜਦੋਂ ਲੋਕ ਪਿਆਸੇ ਸਨ, ਮੂਸਾ ਇਸ ਚਟਾਨ ਦੇ ਕੋਲ ਗਿਆ ਅਤੇ ਆਪਣੀ ਲਾਠੀ ਲੈ ਕੇ ਉਸ ਚਟਾਨ ਉੱਤੇ ਮਾਰਿਆ ਤੇ ਵਚਨ ਕਹਿੰਦਾ ਹੈ ਉਸ ਚਟਾਨ ਦੇ ਵਿੱਚੋਂ ਉਹਨਾਂ ਸਾਰਿਆਂ ਦੇ ਲਈ ਜੀਵਨ ਜਲ ਦਾ ਝਰਨਾ ਵਗ ਪਿਆ। ਮਸੀਹ ਵਿੱਚ ਪਿਆਰਿਓ, ਸਾਡੇ ਦੁੱਖਾਂ ਦੇ ਸਮੇਂ, ਸਾਡੀ ਤੰਗੀ ਦੇ ਸਮੇਂ, ਸਾਡੀ ਬਿਮਾਰੀ ਦੇ ਸਮੇਂ ਪਾਕ ਰੋਟੀ ਵਿੱਚ ਮੌਜੂਦ ਪ੍ਰਭੂ ਯੀਸ਼ੂ ਉਸ ਚਟਾਨ ਦੀ ਤਰ੍ਹਾਂ ਹੈ। ਸਾਨੂੰ ਬਸ ਵਿਸ਼ਵਾਸ ਅਤੇ ਪ੍ਰਾਰਥਨਾ ਦੇ ਨਾਲ ਉਸ ਪਾਕ ਰੋਟੀ ਦੇ ਕੋਲ ਜਾਣਾ ਹੈ ਅਤੇ ਉਸ ਤੋਂ ਮੰਗਣਾ ਹੈ। ਉਹ ਜੋ ਮਜ਼ਬੂਤ ਚਟਾਨ ਹੈ, ਜੋ ਕਿਲਾ ਹੈ, ਉਹ ਸੱਚਮੁੱਚ ਸਾਡੀ ਰੱਖਿਆ ਕਰਾਂਗੇ। ਆਓ ਅਸੀਂ ਮਿਲ ਕੇ ਜੋ ਵਚਨ ਹੈ ਉਸ ਨੂੰ ਦੁਹਰਾਵਾਂਗੇ। ਕਹੌਤਾ ਦਾ ਗ੍ਰੰਥ ਉਹਦਾ 18 ਬਾਬ ਉਹਦੀ 10 ਆਇਤ ਵਿਸ਼ਵਾਸ ਦੇ ਨਾਲ ਇਸ ਵਚਨ ਨੂੰ ਮੇਰੇ ਪਿੱਛੇ ਦੁਹਰਾਉਣਾ। ਪ੍ਰਭੂ ਇੱਕ ਪੱਕੇ ਕਿਲੇ ਦੇ ਵਾਂਗ ਹੈ, प्रभु एक पक्के किले दे वांग है, ਪ੍ਰਭੂ ਇੱਕ ਪੱਕੇ ਕਿਲੇ ਦੇ ਵਾਂਗ ਹੈ, प्रभु एक पक्के किले दे वांग है, ਜਿੱਥੇ ਭਲਾ ਮਨੁੱਖ जिथे भला मनुख ਜਾ ਕੇ ਆਸਰਾ ਲੈ ਸਕਦਾ ਹੈ जाके आसरा ले सकता है ਅਤੇ ਸੁਰੱਖਿਅਤ ਰਹਿ ਸਕਦਾ ਹੈ। अते सुरक्षित रह सकता है। ਹਾਲੇਲੂਇਆ, हालेलुया ਹਾਲੇਲੂਇਆ, हालेलुया ਹਾਲੇਲੂਇਆ। हालेलुया। ਅਸੀਂ ਖਾਸ ਕਰਕੇ ਸਾਡੇ ਭਾਰਤ ਦੇਸ਼ ਦੇ ਲਈ ਜੋ ਇਸ ਮਹਾਮਾਰੀ ਦਾ ਸਮਾਂ ਹੈ, ਉਸ ਸਮੇਂ ਸਾਰੇ ਬਿਮਾਰਾਂ ਨੂੰ ਇਸ ਪੱਕੇ ਕਿਲੇ, ਇਸ ਮਜ਼ਬੂਤ ਚਟਾਨ ਦੇ ਅੱਗੇ ਰੱਖਦੇ ਹੋਏ ਪ੍ਰਾਰਥਨਾ ਕਰਾਂਗੇ, ਜਿਸ ਦਾ ਉਸ ਚਟਾਨ ਦੇ ਵਿੱਚੋਂ ਸਾਰਿਆਂ ਦੇ ਲਈ ਜੀਵਨ ਜਲ ਦਾ ਚਸ਼ਮਾ ਫੁੱਟ ਪਿਆ ਸੀ। ਠੀਕ ਇਸੇ ਤਰ੍ਹਾਂ ਸਾਡੇ ਪੂਰੇ ਭਾਰਤ ਦੇਸ਼ ਦੇ ਲਈ ਅਸੀਂ ਪ੍ਰਾਰਥਨਾ ਕਰੀਏ
ਕਿ ਜੋ ਬਿਮਾਰੀ ਦਾ ਪਸਾਰ ਹੈ ਉਹ ਯੀਸ਼ੂ ਦੀ ਦਇਆ ਦੇ ਨਾਲ ਖਤਮ ਹੋ ਜਾਵੇ। ਅਸੀਂ ਮਿਲ ਕੇ ਫਿਰ ਇਸ ਗੀਤ ਦੇ ਦੁਆਰਾ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰੀਏ। जीवन जल तू बहता चल, मेरी पीड़ा बहा ले जा, मेरे दिल के घाव भर के फिर से प्यार बांटना सिखा। जीवन जल तू बहता चल, मेरी पीड़ा बहा ले जा, मेरे दिल के घाव भर के फिर से प्यार करना सीखा। यीशु यीशु यीशु, ਸਾਰੇ ਮਿਲ ਕੇ ਯੀਸ਼ੂ ਦਾ ਨਾਮ ਪੁਕਾਰਦੇ ਹੋਏ, यीशु यीशु यीशु, ਤਾਂ ਜੋ ਯੀਸ਼ੂ ਦਾ ਨਾਮ ਤੁਹਾਨੂੰ ਛੂ ਲਵੇ। यीशु यीशु ਯੀਸ਼ੂ ਦਾ ਨਾਮ ਤੁਹਾਨੂੰ ਛੂ ਕੇ ਚੰਗਾ ਕਰੇ, ਪਵਿੱਤਰ ਕਰੇ। यीशु ਯੀਸ਼ੂ ਦਾ ਨਾਮ ਤੁਹਾਨੂੰ ਆਪਣੀ ਹਜ਼ੂਰੀ ਦੇ ਨਾਲ ਭਰ ਦੇਵੇ। यीशु यीशु यीशु, ਸਾਰੇ ਮਿਲ ਕੇ ਯੀਸ਼ੂ ਦਾ ਨਾਮ ਪੁਕਾਰੀਏ। यीशु ਯੀਸ਼ੂ ਨੂੰ ਆਪਣੇ ਨੇੜੇ ਮਹਿਸੂਸ ਕਰੀਏ, ਆਪਣੇ ਪਰਿਵਾਰ ਦੇ ਨੇੜੇ। यीशु यीशु यीशु, ਯੀਸ਼ੂ ਦਾ ਨਾਮ ਸਾਨੂੰ ਪਵਿੱਤਰ ਕਰੇ, ਸਾਨੂੰ ਛੂ ਲਵੇ। यीशु यीशु यीशु। ਸੰਤ यूहन्ना ਦੀ ਇੰਜੀਲ ਉਹਦਾ 7 ਬਾਬ ਉਹਦੀ 37 ਐਤ ਵਿੱਚ ਵਚਨ ਕਹਿੰਦਾ ਹੈ, ਤੁਹਾਡੇ ਵਿੱਚੋਂ ਜੇਕਰ ਕੋਈ ਤਿਹਾਇਆ ਹੈ ਉਹ ਮੇਰੇ ਕੋਲ ਆਵੇ ਅਤੇ ਮੈਂ ਉਸ ਨੂੰ ਜੀਵਨ ਜਲ ਦੇਵਾਂਗਾ। ਜੋ ਮੇਰੇ ਉੱਤੇ ਈਮਾਨ ਲਿਆਵੇਗਾ ਉਹਦੇ ਅੰਦਰੋਂ ਆਪ ਜੀਵਨ ਜਲ ਦੀਆਂ ਧਾਰਾਂ ਫੁੱਟ ਪੈਣਗੀਆਂ। ਯੀਸ਼ੂ ਨੇ ਇਹ ਗੱਲ ਪਵਿੱਤਰ ਆਤਮਾ ਦੇ ਬਾਰੇ ਕਹੀ ਸੀ, ਜੋ ਸੱਚਮੁੱਚ ਵਿਸ਼ਵਾਸ ਕਰਨ ਵਾਲਿਆਂ ਨੂੰ ਪਰਮੇਸ਼ਵਰ ਦੇਣ ਵਾਲਾ ਸੀ। ਅੱਜ ਆਰਾਧਨਾ ਦੇ ਵਿੱਚ ਜੋ ਸਭ ਤੋਂ ਚੰਗੀ ਗੱਲ ਅਸੀਂ ਪਰਮੇਸ਼ਵਰ ਤੋਂ ਮੰਗ ਸਕਦੇ ਹਾਂ, ਆਤਮਿਕ ਜ਼ਰੂਰਤ, ਉਹ ਪਵਿੱਤਰ ਆਤਮਾ ਹੋਵੇਗਾ। ਜਿਸ ਸਮੇਂ ਅਸੀਂ ਪਵਿੱਤਰ ਆਤਮਾ ਨੂੰ ਮੰਗੀਏ, ਸਭ ਤੋਂ ਪਹਿਲਾਂ ਪਵਿੱਤਰ ਆਤਮਾ ਸਾਡੇ ਘਰ ਵਿੱਚ ਆ ਜਾਵੇ, ਸਾਡੇ ਵਿੱਚੋਂ ਪਾਪ ਨੂੰ ਖਤਮ ਕਰ ਦੇਵੇ, ਸਾਡੇ ਅੰਦਰ ਵਿਸ਼ਵਾਸ ਨੂੰ ਜਗਾ ਦੇਵੇ ਅਤੇ ਉਹ ਪਵਿੱਤਰ ਆਤਮਾ ਸਾਨੂੰ ਪਵਿੱਤਰ ਰਹਿਣਾ ਸਿਖਾਵੇ। ਆਓ ਅਸੀਂ ਆਖਿਰ ਦੇ ਵਿੱਚ ਇਸ ਆਰਾਧਨਾ ਦੇ ਸਮੇਂ ਪਵਿੱਤਰ ਆਤਮਾ ਦਾ ਵਰਦਾਨ ਮੰਗਦੇ ਹੋਏ ਪ੍ਰਾਰਥਨਾ ਕਰਾਂਗੇ। पवित्र आत्मा, पवित्र आत्मा, मुझे ले जाओ यीशु के चरणों में। पवित्र आत्मा, पवित्र आत्मा, पवित्र आत्मा, मुझे ले जाओ यीशु के चरणों में।
सत्य है, यीशु ही जीवन है, यीशु ही मेरा प्रभु, यीशु ही मार्ग है, यीशु ही सत्य है, यीशु ही जीवन है, यीशु ही मेरा प्रभु। पवित्र आत्मा, पवित्र आत्मा, मुझे ले जाओ यीशु के चरणों में। ਵਿੱਚ ਮੌਜੂਦ ਪ੍ਰਭੂ ਯੀਸ਼ੂ ਦੇ ਚਰਨਾਂ ਦੇ ਵਿੱਚ ਉਹਨਾਂ तमाम ਲੋਕਾਂ ਨੂੰ ਲੈ ਕੇ ਆਉਂਦੇ ਹਾਂ ਜਿਨ੍ਹਾਂ ਨੇ YouTube ਵਿੱਚ ਕਮੈਂਟ ਦੇ ਰਾਹੀਂ ਖਾਸ ਪ੍ਰਾਰਥਨਾ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਬਹੁਤ ਸਾਰੇ ਅਜਿਹੇ ਲੋਕ ਵੀ ਹਨ ਜੋ ਫੋਨ ਦੇ ਦੁਆਰਾ ਲਗਾਤਾਰ ਪ੍ਰਾਰਥਨਾ ਭਵਨ TV ਚੈਨਲ ਦੇ ਰਾਹੀਂ ਪ੍ਰਾਰਥਨਾ ਦੀ ਮੰਗ ਕਰਦੇ ਹਨ। ਪਾਕ ਰੋਟੀ ਵਿੱਚ ਮੌਜੂਦ ਪ੍ਰਭੂ ਯੀਸ਼ੂ ਉਹਨਾਂ ਸਭ ਲੋਕਾਂ ਉੱਤੇ ਦਇਆ ਕਰ ਜੋ YouTube ਦੇ ਦੁਆਰਾ TV ਚੈਨਲ ਦੇ ਦੁਆਰਾ ਤੇਰੇ ਨਾਲ ਜੁੜੇ ਰਹਿੰਦੇ ਹਨ। ਉਹਨਾਂ ਦੀ ਜ਼ਰੂਰਤਾਂ ਤੂੰ ਸਾਡੇ ਮੰਗਣ ਤੋਂ ਪਹਿਲਾਂ ਜਾਣਦਾ ਹੈ। ਆਪਣੀ ਦਇਆ ਉਹਨਾਂ ਤੇ ਵਿਖਾ ਅਤੇ ਉਹਨਾਂ ਦੇ तमाम ਲੋੜਾਂ ਨੂੰ ਸਰੀਰਕ ਅਤੇ ਆਤਮਿਕ ਲੋੜਾਂ ਨੂੰ ਤੂੰ ਆਪਣੇ ਇਲਾਹੀ ਖਜ਼ਾਨੇ ਵਿੱਚੋਂ ਪੂਰਾ ਕਰਨਾ। ਅਸੀਂ ਮਿਲ ਕੇ ਉਹੀ ਪ੍ਰਾਰਥਨਾ ਕਰਾਂਗੇ ਜੋ ਸਾਡੇ ਪ੍ਰਭੂ ਯੀਸ਼ੂ ਨੇ ਸਾਨੂੰ ਸਿਖਾਈ ਹੈ। ਐ ਸਾਡੇ ਬਾਪ तू जेड़ा आसमान ते है, तेरा नाम पाक मन्या जावे, तेरा राज आवे, तेरी मर्जी जिस तरह आसमान ते पूरी हुंदी है जमीन ते भी होवे। साडे रोज दी रोटी अज सानू दे, साडे कसूर सानू माफ कर जिस तरह असीं अपने कसूरवारां नू माफ करदे हां। सानू अजमाइश विच ना पा, सो बुराई तो बचा। आमीन। इस इलाही भेद नू सिजदा करिए बारंबार। इस इलाही भेद नू सिजदा करिए बारंबार। इस इलाही भेद नू माते होवे नवाए वददा जावे। अहद पुराना माते होवे नवाए वददा जावे। वेख ना सकदी आँख जिसनू, वेख ना सकदी आँख जिसनू
ਦੱਸਦਾ ਏ ਮਾਰੇ ਉਸੇ ਨੂੰ, ਸਿਰ ਹੀ ਦੱਸਦਾ ਏ ਮਾਰੇ ਉਸੇ ਨੂੰ, ਇਸ ਇਲਾਹੀ ਭੇਦ ਨੂੰ। ਬਾਪ ਖੁਦਾ ਤੇ ਬੇਟੇ ਦੇ ਸਦਾ ਗਾਏ ਮਹਿਮਾ ਦੀ, ਬਾਪ ਖੁਦਾ ਤੇ ਬੇਟੇ ਦੇ, ਸਦਾ ਗਾਏ ਮਹਿਮਾ ਦੀ। ਉਹਨਾਂ ਤੋਂ ਨਿਕਲੇ ਰੂਹ ਪਾਕ ਦੀ, ਉਹਨਾਂ ਚੋਂ ਨਿਕਲੇ ਰੂਹ ਪਾਕ ਦੀ। ਇੱਜ਼ਤ ਉਸ ਤੇ ਪੂਰੀ ਹੋਵੇ, ਇੱਜ਼ਤ ਉਸ ਤੇ ਪੂਰੀ ਹੋਵੇ, ਇਸ ਇਲਾਹੀ ਭੇਦ ਨੂੰ ਸਜਦਾ ਕਰੀਏ ਬਾਰੰਬਾਰ, ਇਸ ਇਲਾਹੀ ਭੇਦ ਨੂੰ। ਤੂੰ ਉਹਨਾਂ ਨੂੰ ਆਸਮਾਨੀ ਰੋਟੀ ਦਿੱਤੀ, ਜਿਸ ਵਿੱਚ ਹਰ ਤਰ੍ਹਾਂ ਦਾ ਆਨੰਦ ਰਸ ਮਿਲਦਾ ਹੈ। ਅਸੀਂ ਪ੍ਰਾਰਥਨਾ ਕਰੀਏ, ਐ ਖੁਦਾ ਤੂੰ ਸੁੱਤਮ ਸਾਕਰਮੈਂਟ ਰਾਹੀਂ ਆਪਣੇ ਦੁੱਖ ਭੋਗ ਦੀ ਇੱਕ ਯਾਦਗਾਰ ਸਾਨੂੰ ਦਿੱਤੀ ਹੈ। ਸਾਨੂੰ ਆਪਣੇ ਸਰੀਰ ਅਤੇ ਲਹੂ ਤੇ ਪਵਿੱਤਰ ਭੇਦ ਦਾ ਇਸ ਪ੍ਰਕਾਰ ਆਦਰ ਕਰਨ ਦਾ ਫਜ਼ਲ ਬਖਸ਼ ਕਿ ਅਸੀਂ ਸਦਾ ਮੁਕਤੀ ਦੇ ਫਲਾਂ ਨੂੰ ਅਨੁਭਵ ਕਰੀਏ। ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕਰ। ਆਮੀਨ।